ਬਿਸਮਿਲ੍ਲਾ ਜੀ। ਥੜਾ ਸਿਆਸਤ A1 TV ਅਹਿਮਦ ਲਤੀਫ ਹਾਂ ਮੈਂ ਤੁਹਾਡਾ ਯਾਰ। ਤੇ ਅੱਜ ਸਾਡੇ ਨਾਲ ਮੌਜੂਦ ਨੇ ਇਸਲਾਮਾਬਾਦ ਦੇ ਮੇਰੇ ਨਜ਼ਦੀਕ ਸਾਰਿਆਂ ਨਾਲੋਂ ਵੱਡੇ ਇਨਵੈਸਟੀਗੇਟਿਵ ਜਰਨਲਿਸਟ ਔਰ ਐਡੀਟਰ ਔਰ ਬੜਾ ਇਹਨਾਂ ਦਾ ਦੌਰਾਨੀਆ ਮੈਂ ਕੰਮ ਦਾ ਨਈਮ ਮਹਿਬੂਬ। ਅਸਲਾਮ ਵਾਲੇਕਮ ਜੀ। ਹਾਂਜੀ ਨਈਮ ਮਹਿਬੂਬ ਸਾਹਿਬ, ਤੁਹਾਡੇ ਨਾਲ ਗੱਲਾਂ ਪਤਾ ਕੀ ਕਰਨੀਆਂ ਮੈਂ। ਇੱਕ ਤਾਂ ਇਸਲਾਮਾਬਾਦ ਦਾ ਜਿਹੜਾ ਕ੍ਰਾਈਮ ਸੀਨ ਹੈ ਸਾਰਾ ਉਹ ਵੀ ਤੁਹਾਡੇ ਸਾਹਮਣੇ, ਅੱਪਰ ਕੀ ਹੈ ਤੇ ਥੱਲੇ ਕੀ ਹੈ, ਅੰਡਰਵਰਲਡ ਕੀ ਹੈ ਤੇ ਜ਼ੇਰੇ ਜ਼ਮੀਨ ਕੀ ਹੈ ਤੇ ਜਿਹੜਾ ਜ਼ੇਰੇ ਆਸਮਾਨ ਕੀ ਹੈ ਉਹ ਵੀ ਗੱਲ ਕਰਨੀ ਤੁਹਾਡੇ ਨਾਲ। ਇਹ ਸਾਰੇ ਲੋਕ ਇਹ ਪਾਣੀ ਵੇਚਣ ਵਾਲੇ, ਦੁੱਧ ਵੇਚਣ ਵਾਲੇ, ਦੂਜੇ ਮਾਮਲਾਤ ਵੇਚਣ ਵਾਲੇ, ਉਹਨਾਂ ਦਾ ਵੀ ਪੂਰਾ ਇੱਕ ਨੈਟਵਰਕ ਹੈ। ਉਹ ਵੀ ਤੁਹਾਡੇ ਸਾਹਮਣੇ, ਤੁਹਾਡੀ ਬਲਕਿ ਤਲੀਆਂ ਤਾਂ ਹੈ, ਉਂਗਲੀਆਂ ਤਾਂ ਗਿਣੇ ਹੈ, ਉਹ ਵੀ ਪੁੱਛਣਾ ਮੈਂ ਤੁਹਾਡੇ ਕੋਲੋਂ। ਤੇ ਦੂਸਰਾ ਪੁੱਛਣਾ ਇਹ FIA ਜਿਹੜਾ ਹੈ ਇਹ ਹੁਣ ਪੀਕਾ ਜਿਹੜਾ ਉਹ ਚੁੱਕ ਦਿੱਤਾ ਸੀ ਹਾਈ ਕੋਰਟ ਨੇ, ਤੇ ਉਹਨਾਂ ਆਖਿਆ ਜੀ ਬਸ ਠੀਕ ਹੈ ਜੀ ਮੁੱਕ ਗਈ ਗੱਲ। ਤੇ ਫਿਰ ਉਹ ਇੰਤਜ਼ਾਰ ਕਰਦੇ ਰਹੇ ਕਿ ਨਵੀਂ ਵਜ਼ੀਰੇ ਇਤਲਾਤ ਔਰ ਨਸ਼ਰੀਆਤ ਦਾ ਜਿਹੜਾ ਮੋਬਾਈਲ ਹੈ ਉਹ ਉੱਥੇ ਪਹੁੰਚੇ ਜਿੱਥੇ ਸਿਗਨਲ ਨਹੀਂ ਆਉਂਦੇ, ਤਾਂ ਸੁਪਰੀਮ ਕੋਰਟ ਟੁਰ ਗਏ। ਇਹ ਕਿਆ ਬਾਲਾ ਇਹ ਜਿਹੜੇ ਨੈਬ ਵਾਲੇ ਤੇ FIA ਵਾਲੇ ਇਹ ਹਕੂਮਤਾਂ ਕੋਲ ਪੁੱਛੋ ਬਗੈਰ ਵੀ ਕੁਝ ਕਰ ਲੈਂਦੇ ਨੇ ਕਿਆ, ਜਾਂ ਇਹ ਝੂਠ ਮਾਰਦੇ ਨੇ ਜਾਂ ਡਰਾਮਾ ਕਰਦੇ? अहमद लतीफ़ साहब बहुत बहुत शुक्रिया ਤੁਹਾਡਾ। ਗੱਲ ਹੈ ਜਨਾਬ अहमद लतीफ़ साहब ਕਿ ਬਦਕਿਸਮਤੀ ਸਾਡੇ ਵੀ ਤੁਹਾਡੇ ਵੀ ਇਸ ਮੁਲਕ ਦੇ ਆਵਾਮ ਦੀ ਵੀ ਕਿ ਕਵਾਨੀਨ ਤੇ ਮੌਜੂਦ ਹਨ ਲੇਕਿਨ ਇੱਥੇ ਇਨਸਾਫ ਨਾਂ ਦੀ ਕੋਈ ਚੀਜ਼ ਅਮਲੀ ਤੌਰ ਤੇ ਨਜ਼ਰ ਨਹੀਂ ਆਉਂਦੀ। ਬਾਸਰ ਆਦਮੀ इतना बासर है कि कानून उसका कुछ नहीं कर सकता और गरीब आदमी वास्ते ये कानून है और हमेशा इस कानून के शिकंजे च गरीब आदमी ही आंदे। ਤੇ ਜਿੱਥੇ ਤੱਕ ਰਹਿ ਗਿਆ ਪੀਕਾ ਐਕਟ ਦੀ ਗੱਲ ਤੁਸੀਂ ਕਰ ਰਹੇ ਹੋ, ਪੀਕਾ ਐਕਟ ਬੇਸਿਕਲੀ ਤੁਹਾਨੂੰ ਯਾਦ ਹੋਵੇ ਤੇ ਪੀਕਾ ਐਕਟ ਪਾਕਿਸਤਾਨ ਮੁਸਲਿਮ ਲੀਗ ਨੂਨ ਦੀ ਹਕੂਮਤ ਨੇ 2016 ਵਿੱਚ ਜੀ ਐਕਟ ਦੀ ਸੂਰਤ ਨਾਫਿਜ਼ ਕੀਤਾ ਸੀ। ਔਰ ਉਸ ਵਕਤ ਵੀ ਪਾਕਿਸਤਾਨ ਫੈਡਰਲ ਯੂਨੀਅਨ ਆਫ ਜਰਨਲਿਸਟ ਜਿਸ ਨੂੰ ਅਫਜ਼ਲ ਭੱਟ ਸਾਹਿਬ, ਨਾਸਰ ਜ਼ੈਦੀ ਸਾਹਿਬ, ਜ਼ੁਲਫਕਾਰ ਸ਼ਹਜ਼ਾਦਾ ਸਾਹਿਬ ਔਰ ਦੀਗਰ ਕਿਆਦਤ ਉਸ ਨੂੰ ਬਿਲਕੁਲ ਲੈ ਕੇ ਚੱਲ ਰਹੀ ਔਰ ਬੜੇ ਮੁਨਜ਼ਮ ਔਰ ਬੜੇ ਫਾਲ ਅੰਦਾਜ਼ ਨਾਲ ਲੈ ਕੇ ਚੱਲ ਰਹੀ ਹੈ। ਉਹਨਾਂ ਨੇ ਉਸ ਵਕਤ ਹੀ ਹਕੂਮਤ ਵਕਤ ਨਾਲ ਮੁਜ਼ਾਕਰਾਤ ਕੀਤੇ ਔਰ ਹਕੂਮਤ ਵਕਤ ਨੇ ਯਕੀਨ ਦਹਾਨੀ ਕਰਾਈ ਸੀ ਉਸ ਵਕਤ ਦੀ ਪਾਕਿਸਤਾਨ ਮੁਸਲਿਮ ਲੀਗ ਨੂਨ ਦੀ ਹਕੂਮਤ ਨੇ ਕਿ ਇਹ ਜਿਹੜਾ ਐਕਟ ਹੈ ਇਹ ਸਾਫੀਆਂ 'ਤੇ ਲਾਗੂ ਨਹੀਂ ਹੋਵੇਗਾ। ਲੇਕਿਨ ਬਾਅਦ ਅਜ਼ਾਂ ਹੋਇਆ ਕਿ ਆਹਿਸਤਾ ਆਹਿਸਤਾ ਸਾਫੀਆਂ 'ਤੇ ਵੀ ਜਿਸ ਨੇ ਹਕੂਮਤ ਦੀ ਕਿਸੇ ਕਰਪਸ਼ਨ ਦੀ ਸਟੋਰੀ ਦਿੱਤੀ ਜਾਂ ਹਕੂਮਤ 'ਤੇ ਕਿਸੇ ਐਸੇ ਖਿਲਾਫ ਕਾਨੂੰਨ ਇਕਦਾਮ ਦੀ ਉਸ ਨੂੰ ਹਾਈਲਾਈਟ ਕੀਤਾ ਔਰ ਉਸ 'ਤੇ ਕੋਈ ਉਸਨੇ ਖਬਰ ਨਸ਼ਰ ਕਰ ਦਿੱਤੀ ਤਾਂ ਉਹ ਪੀਕਾ ਐਕਟ ਦਾ ਸ਼ਿਕਾਰ ਬਣਿਆ। ਔਰ ਇਸ 'ਤੇ ਮੁਸਲਸਲ ਮੁਜ਼ਾਹਰੇ ਵੀ ਹੁੰਦੇ ਰਹੇ ਔਰ ਇhtਜਾਜ ਵੀ ਹੁੰਦਾ ਰਿਹਾ ਔਰ ਮੁਸਲਸਲ ਤਹਿਰੀਕ ਵੀ ਚਲਦੀ ਰਹੀ। ਔਰ ਲੇਕਿਨ ਗੁਜ਼ਸ਼ਤਾ ਜਿਹੜੀ ਹਕੂਮਤ ਹੈ ਪਾਕਿਸਤਾਨ ਤਹਿਰੀਕ ਇਨਸਾਫ ਦੀ, ਉਹਨਾਂ ਨੇ ਇसी ਪੀਕਾ ਐਕਟ ਦੇ ਮਜ਼ੀਦ ਇੱਕ ਆਰਡੀਨੈਂਸ ਦੇ ਜ਼ਰੀਏ ਐਸੀ ਸ਼ਿਕਾਂ ਜਾਂ ਐਸੇ ਕਵਾਨੀਨ ਲਿਆਉਣ ਦੀ ਕੋਸ਼ਿਸ਼ ਕੀਤੀ ਕਿ ਜਿਹੜੇ ਇਸ ਕਦਰ ਸਖਤ ਸਨ ਸ਼ਾਇਦ ਉਹ 302 ਦੇ ਮੁਲਜ਼ਮ ਦੇ ਵੀ ਨਾ ਲਾਗੂ ਹੋਣ ਔਰ ਉਸ ਕਦਰ ਸਖਤ ਸਨ। ਔਰ ਅੱਜ ਮੈਂ ਤਾਂ ਵੈਸੇ ਹੈਰਾਨ ਹਾਂ ਕਿ ਅੱਜ ਦੁਆ ਕਰ ਰਹੇ ਸੀ ਕਿ ਨਾ ਹੀ ਵੈਸੇ ਆਰਡੀਨੈਂਸ ਕੱਲ੍ਹ ਅਦਮ ਹੁੰਦਾ ਕਿ ਅੱਜ ਕੱਲ੍ਹ ਜਿਸ ਤਰ੍ਹਾਂ ਦੀਆਂ ਤਕਰੀਰਾਂ ਜਲਸਿਆਂ 'ਚ ਚੱਲ ਰਹੀਆਂ ਕਿਆ ਅਗਰ ਉਹ ਆਰਡੀਨੈਂਸ ਫਾਲ ਹੁੰਦਾ ਤੇ ਅੱਜ ਉਹ ਸਾਰੇ ਲੋਕ ਅੰਦਰ ਵੀ ਹੁੰਦੇ ਔਰ ਉਸੇ ਤਰ੍ਹਾਂ ਸਜ਼ਾਵਾਂ ਵੀ ਕੱਟਦੇ ਔਰ ਭਾਰੀ ਜੁਰਮਾਨਿਆਂ ਦਾ ਸ਼ਿਕਾਰ ਵੀ ਹੁੰਦੇ। ਦੁਆ ਦਿਓ ਪਾਕਿਸਤਾਨ ਫੈਡਰਲ ਯੂਨੀਅਨ ਆਫ ਜਰਨਲਿਸਟ ਨੂੰ ਜੀ ਕਿ ਉਹਨਾਂ ਦੀ ਕਿਆਦਤ ਨੇ ਸਿਰਫ ਸਾਫੀਆਂ ਦੀ ਜਦੋਜਹਿਦ ਔਰ ਸਾਫੀਆਂ ਦੀ ਇੱਜ਼ਤ ਨੂੰ ਬਰਕਰਾਰ ਰੱਖਣ ਵਾਸਤੇ ਜਾਂ ਉਹਨਾਂ ਦਾ ਜਿਹੜਾ ਹੈ ਕਲਮ ਨੂੰ ਆਜ਼ਾਦੀ ਦਿਲਾਉਣ ਵਾਸਤੇ ਜਿਹੜਾ ਇਕਦਾਮ ਉਠਾਇਆ ਉਸ ਦਾ ਫਾਇਦਾ ਅੱਜ ਪਾਕਿਸਤਾਨ ਤਹਿਰੀਕ ਇਨਸਾਫ ਔਰ ਦੀਗਰ ਸਿਆਸੀ ਜਮਾਤਾਂ ਵੀ ਚੁੱਕ ਰਹੀਆਂ ਔਰ ਇੱਕ ਦੂਸਰੇ 'ਤੇ ਬਗੈਰ ਕਿਸੇ ਤਹਿਕੀਕ ਤੋਂ ਇਲਜ਼ਾਮਾਤ ਦੀ ਬਾਰਿਸ਼ ਕਰ ਰਹੇ ਨੇ। ਔਰ ਜਿੱਥੇ ਤੱਕ ਰਹਿ ਗਿਆ ਸਰ ਪੀਕਾ ਆਰਡੀਨੈਂਸ 'ਤੇ ਮਨਸੂਖ ਹੋ ਗਿਆ ਸੀ। अगर तुम याद हो चीफ जस्टिस कुछ अर्सा पहले अतर मिनल्ला साहब ने चीफ जस्टिस ऑफ इस्लामाबाद हाई कोर्ट ने मनसूख कर दिता सी पाकिस्तान PFUJ ਦੀ ਲੀਡਰਸ਼ਿਪ ਦੀ ਤਰਫੋਂ ਜਿਹੜੀ ਰਿਟ ਦਾਇਰ ਕੀਤੀ ਗਈ ਸੀ। ਲੇਕਿਨ ਪੀਕਾ ਜਿਹੜਾ ਐਕਟ ਹੈ ਉਹ ਫਾਲ ਹੈ ਤਾਂ ਹਮ ਪੀਕਾ ਐਕਟ ਦੀ ਜੋ ਸੈਕਸ਼ਨ 20 ਹੈ ਜੀ ਬਿਲਕੁਲ ਉਸ ਨੂੰ ਪਾਰਸ਼ਲ ਤੌਰ ਤੇ ਜਿਹੜਾ ਹੈ ਨਾ ਉਸ ਦੀ ਮਨਸੂਖੀ ਹੋਈ ਸੀ। ਉਸ 'ਚ ਸਿਰਫ ਡੈਫੀਮੇਸ਼ਨ ਦਾ ਇੱਕ ਜਿਹੜਾ ਲਫ਼ਜ਼ ਹੈ ਯਾਨੀ ਕਿ ਕਿਸੇ ਦੀ ਤੁਸੀਂ ਕੋਈ ਖਬਰ ਕੋਈ ਲਾ ਰਿਹਾ ਹੈ ਔਰ तो समझदा है कि ये खबर नाल उसकी किरदार कशी हो रही है या उसनू जलील करने की कोशिश हो रही है तो वो डेफीमेशन की हद तक डेफीमेशन के कवानीन मौजूद हैं। चीफ जस्टिस साहब का भी कहना सी कि तुसी उस कानून के तहत जाके अमल दरामद करो और उस किसी की गिरफ्तारी तुसी अमल च नहीं लियानी जबकि दो जो ना उसके दो जो और सैक्शन हैं वो पूरी तरह फाल हैं पीका एक्ट दी और वो जनाब के
ਤੁਸੀਂ ਕਿਸੇ ਦੀ ਮਸਲਨ ਪ੍ਰਾਈਵੇਸੀ ਜੀ ਚ ਅਗਰ ਮੁਦਾਖਲਤ ਕਰਦੇ ਹੋ, ਲੈਟਸ ਸੇ ਮੈਂ ਤੁਹਾਡੀ ਕੋਈ ਵੀਡੀਓ, ਐਸੀ ਵੀਡੀਓ ਜਿਹੜੀ ਪਰਸਨਲ ਹੈ ਜਾਂ ਕੋਈ ਐਸੀ ਵੀਡੀਓ ਹੈ ਜਿਹੜੀ ਮੈਂ ਤੁਹਾਡੀ ਇਜਾਜ਼ਤ ਤੋਂ ਬਗੈਰ ਆਪਣਾ ਕੈਪਸ਼ਨ ਲਾ ਕੇ ਮੈਂ ਸੋਸ਼ਲ ਮੀਡੀਆ ਤੇ ਵਾਇਰਲ ਕਰ ਦੇਣਾ, WhatsApp ਗਰੁੱਪ 'ਚ ਭਿਜਵਾ ਦੇਣਾ, ਉਹ ਕਾਬਲੇ ਗਿਰਫਤ ਹੋ। ਜਾਂ ਮੈਂ ਕੋਈ ਐਸੀ ਵੀਡੀਓ ਖੁਦ ਰਿਲੀਜ਼ ਕਰਨਾ ਜਿਸ 'ਚ ਮੈਂ ਤੁਹਾਡੀ ਜ਼ਾਤ ਨੂੰ ਇਸ ਕਦਰ ਤੁਹਾਡੀ ਜ਼ਾਤ 'ਤੇ ਇਲਜ਼ਾਮਾਤ ਆਇਦ ਕਰਨਾ ਔਰ ਧਮਕੀਆਂ ਦੇਣਾ, ਧਮਕੀ ਜਿਹੜੀ ਦੇਣਾ ਹੈ ਨਾ, ਥ੍ਰੈਟ ਕਰਨਾ, ਇਹ ਕਾਬਲੇ ਗਿਰਫਤ ਜੁਰਮ ਪੀਕਾ ਐਕਟ ਜਿਹੜਾ ਸੈਕਸ਼ਨ 20 ਦੇ ਤਹਿਤ। ਔਰ ਇਹੀ ਫਾਲਨ ਔਰ ਸਮੀ ਇਬਰਾਹਿਮ ਜਿਹੜੇ ਸਾਡੇ ਸੀਨੀਅਰ ਜਰਨਲਿਸਟ ਵੀ ਹਨ ਔਰ ਬੋਲ TV ਨਾਲ ਮੁਸਲਿਕ ਵੀ ਹਨ, ਉਹਨਾਂ ਦਾ ਜਿਹੜਾ ਮਾਮਲਾ ਹੈ ਥੋੜ੍ਹਾ ਜਿਹਾ ਡਿਫਰੈਂਟ ਹੈ ਜੀ। ਉਸ 'ਚ ਨਾ ਸਿਰਫ ਪੀਕਾ ਐਕਟ ਲਗਾਇਆ ਗਿਆ ਬਲਕਿ ਉਸ ਦੇ ਨਾਲ 505 ਜ਼ੇਰੇ ਦਫਾ ਜਿਹੜਾ ਤਾਜ਼ਰਾਤ ਪਾਕਿਸਤਾਨ ਦੀ ਸੈਕਸ਼ਨ ਵੀ ਸ਼ਾਮਿਲ ਕੀਤੀ ਗਈ ਹੈ। ਔਰ ਬੇਸਿਕਲੀ ਉਹਨਾਂ ਨੇ ਪ੍ਰੂਵ ਕਰਨਾ ਹੈ ਕਿ ਉਹਨਾਂ ਨੇ ਜਿਹੜਾ ਵੀਡੀਓ ਬਿਆਨ ਜਾਰੀ ਕੀਤਾ ਹੋਵੇ ਔਰ ਉਸ ਜੋ ਦਾਅਵਾ ਕੀਤਾ ਹੋਵੇ ਕਿਆ ਉਹ ਫੇਕ ਤੇ ਨਹੀਂ ਹੈ। ਅਗਰ ਉਹ ਝੂਠ ਤੇ ਮਬਨੀ ਹੈ ਤੇ ਫਿਰ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਕਾਨੂੰਨ ਦੇ ਮੁਤਾਬਿਕ ਕਾਨੂੰਨੀ ਕਾਰਵਾਈ ਨੂੰ ਫੇਸ ਕਰਨਾ ਪਏਗਾ। ਔਰ ਅਗਰ ਉਹ ਸੱਚ ਸਾਬਿਤ ਕਰ ਦਿੰਦੇ ਨੇ ਕਿ ਨਹੀਂ ਜੋ ਉਹਨਾਂ ਨੇ ਆਪਣੇ ਵੀਡੀਓ ਬਿਆਨ ਵਿੱਚ ਆਪਣੀ ਵੀਡੀਓ ਜੋ ਵੀ ਉਹਨਾਂ ਦਾ ਦਾਅਵਾ ਕੀਤਾ ਹੈ ਉਹ ਸੱਚ ਹੈ ਤੇ ਉਹ ਉਸ ਇਨਕੁਆਇਰੀ ਤੋਂ ਫਾਰਿਗ ਹੋ ਜਾਣਗੇ। ਔਰ ਅੱਜ ਦੀ ਸੂਰਤ ਲੇਟੈਸਟ ਤੁਹਾਨੂੰ ਜਿਸ ਤਰ੍ਹਾਂ ਪਤਾ ਹੀ ਹੋਣਾ ਕਿ ਅੱਜ ਵੀ ਤਾਰੀਖ ਸੀ ਔਰ ਉਸ 'ਚ ਇੱਕ ਦਫਾ ਫਿਰ ਇਸਲਾਮਾਬਾਦ ਹਾਈ ਕੋਰਟ ਨੇ FIU ਨੂੰ ਕਿਹਾ ਕਿ ਉਹ ਇਹਨਾਂ ਨੂੰ ਹਰਾਸਾ ਨਹੀਂ ਕਰੇਗੀ, ਤਾਂ ਉਹ ਜਿਹੜੀ ਉਹਨਾਂ ਦੀ ਰਿਟ ਪਟੀਸ਼ਨ ਸੀ ਉਹ ਅੱਜ ਉਹਨਾਂ ਨੇ ਡਿਸਪੋਜ਼ ਆਫ ਕਰ ਦਿੱਤੀ ਹੈ। ਔਰ ਇਹ ਪਾਬੰਦ ਕੀਤਾ ਹੈ FIU ਨੂੰ ਕਿ ਆਇੰਦਾ ਕਿਸੇ ਵੀ ਜਰਨਲਿਸਟ ਦੇ ਮੁਤਲਕ ਕੋਈ ਸ਼ਿਕਾਇਤ ਹੋਏਗੀ ਜਿਸ ਨੂੰ ਤੁਸੀਂ ਪੀਕਾ ਐਕਟ ਦੇ ਤਹਿਤ ਕਾਰਵਾਈ ਲੈਣਾ ਚਾਹੁੰਦੇ ਉਸ ਵਾਸਤੇ ਤੁਸੀਂ ਉਹਨਾਂ ਨੇ PFUJ ਨੂੰ ਇਹ ਨਾਲ ਕਿਹਾ ਕਿ ਉਹਨਾਂ ਨਾਲ ਤੁਸੀਂ ਪੁੱਛ ਕੇ ਉਹਨਾਂ ਨਾਲ ਪੂਰਾ ਕੋਆਰਡੀਨੇਸ਼ਨ ਕਰਕੇ ਉਹ ਮਾਮਲਾ ਸਾਰਾ ਰੱਖੋਗੇ ਤੁਸੀਂ PFUJ ਦੇ ਕਾਇਦੀਨ ਦੇ ਸਾਹਮਣੇ ਜਾਂ ਉਸ ਦੀ ਮੁਕਰਰ ਕਰ ਦੀ ਜਿਹੜੀ ਕਮੇਟੀ ਹੋਏਗੀ ਔਰ ਉਹ ਸਮਝਣਗੇ ਕਿ ਉਹ PFUJ ਉਸ ਜਰਨਲਿਸਟ ਨੂੰ ਬੁਲਾਏਗੀ ਔਰ FIU ਦਾ ਨੁਮਾਇੰਦਾ ਵੀ ਆਏਗਾ, ਉੱਥੇ ਬੈਠ ਕੇ ਉਸ ਚੀਜ਼ ਦਾ ਮੁਆਜ਼ਨਾ ਹੋਏਗਾ। ਅਗਰ PFUJ ਕਹਿ ਦੇਗੀ ਕਿ ਨਹੀਂ ਸਾਡੇ ਜਰਨਲਿਸਟ ਦੀ ਜ਼ਿਆਦਤੀ ਹੈ ਤੇ FIU ਉਸ ਨੂੰ ਕੰਟੀਨਿਊ ਕਰੇਗੀ। ਔਰ ਅਗਰ ਜ਼ਿਆਦਤੀ ਉਹ ਮੁਤਲਕਾ ਰਿਪੋਰਟਰ ਉਸਨੇ ਸੋਰਸ ਨਹੀਂ ਦੱਸਣਾ ਲੇਕਿਨ ਮੁਤਲਕਾ ਜਰਨਲਿਸਟ ਨੇ ਆਪਣੀ ਉਸ ਖਬਰ ਨੂੰ ਸਾਬਤ ਕਰਨਾ ਹੈ ਕਿ ਇਹ ਸੱਚ ਹੈ ਔਰ ਸੱਚੀ ਖਬਰ ਔਰ ਐਜ਼ ਐਵੀਡੈਂਸ ਹੈ। ਇੱਕ ਖਿੜਕੀ ਇੱਕ ਦਰੀਚਾ ਜਿਹੜਾ ਉਹ ਖੁੱਲ ਗਿਆ ਬਹੁਤ ਅੱਛਾ ਜਰਨਲਿਸਟ ਹੈ। ਮੈਂ ਇੱਕ ਹੋਰ ਗੱਲ ਮੈਂ ਤੁਹਾਡੇ ਕੋਲ ਪੁੱਛਣਾ ਅੱਛਾ ਮੈਂ ਇੱਕ ਜੁਮਲਾ ਹੋਰ ਅੱਛਾ ਆਪਣਾ ML ਲਤੀਫ ਸਾਹਿਬ ਗੱਲ ਇਹ ਕਿ ਅਸੀਂ ਤੁਸੀਂ ਬੜਾ ਅਰਸਾ ਇਕੱਠੇ ਕੰਮ ਵੀ ਕੀਤਾ ਮੁਖਤਲਿਫ ਇਦਾਰਿਆਂ ਇੱਕ ਤਵੀਲ 3 ਦਹਾਈਆਂ ਗੁਜ਼ਰ ਗਈਆਂ ਸਨ ਮਾਸ਼ਾਅੱਲਾ ਇਸ ਫੀਲਡ ਵਿੱਚ। ਮੈਂ ਸਮਝਦਾ ਕਿ ਜਰਨਲਿਸਟ ਨੂੰ ਆਜ਼ਾਦੀ ਇਜ਼ਹਾਰ ਰਾਏ ਦਾ ਹੱਕ ਤੇ ਜ਼ਰੂਰ ਹਾਸਿਲ ਹੈ ਆਇਨ ਦੇ ਮੁਤਾਬਿਕ ਔਰ ਆਜ਼ਾਦੀ ਸਹਾਫਤ ਅਸੀਂ ਅਲਮਬਰਦਾਰ ਵੀ ਹਾਂ, ਨਾਰਾ ਵੀ ਲਾਉਂਦੇ ਹਾਂ, ਤਲਬਗਾਰ ਵੀ ਹਾਂ, ਲੇਕਿਨ ਇਸ ਦੇ ਨਾਲ ਸਾਡੀਆਂ ਕੁਝ ਅਹਿਮ ਜ਼ਿੰਮੇਦਾਰੀਆਂ ਵੀ ਹਨ ਜਿਹੜੀਆਂ ਨਾ ਸਿਰਫ ਕੌਮੀ ਜ਼ਿੰਮੇਦਾਰੀਆਂ ਬਲਕਿ ਸਾਨੂੰ ਚਾਹੀਦਾ ਕਿ ਅਸੀਂ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਣੀ ਸਹਾਫਤ ਨੂੰ ਅੱਗੇ ਵਧਾਈਏ। ਅਸੀਂ ਬਜਾਏ ਕਿਸੇ ਦੀ ਇੱਜ਼ਤ ਜਿਹੜੀ ਹੈ ਉਹ ਉਛਾਲਣ ਦੇ ਬਜਾਏ ਮੁਕੰਮਲ ਤਹਿਕੀਕ ਕਰਨ, ਮੁਕੰਮਲ ਐਵੀਡੈਂਸ ਕਲੈਕਟ ਕਰਨ ਤੋਂ ਬਾਅਦ ਇੱਕ ਮੌਕਾ ਉਸਨੂੰ ਜ਼ਰੂਰ ਦਈਏ, ਉਸਦਾ ਮੌਕਫ ਜ਼ਰੂਰ ਲਈਏ ਜਿਸ ਦੇ ਮੁਤਲਕ ਉਹ ਖਬਰ ਹੈ। ਮਾਜ਼ਰਤ ਨਾਲ ਸਾਡੇ ਸਾਫੀ ਇਹ ਗੱਲ ਭੁੱਲ ਚੁੱਕੇ ਹਨ, ਆਪਣੇ ਐਥਿਕਸ ਭੁੱਲ ਚੁੱਕੇ ਹਨ, ਆਪਣੇ ਫਰਾਈਜ਼ ਭੁੱਲ ਚੁੱਕੇ ਹਨ ਜਿਸ ਦੀ ਵਜ੍ਹਾ ਤੋਂ ਇਹ ਮਸਾਇਲ ਆ ਰਹੇ ਹਨ ਔਰ ਸਹਾਫਤ ਦਾ ਪੇਸ਼ਾ ਬਦਨਾਮ ਹੋ ਰਿਹਾ। ਜੀ ਇੱਕ ਹੋਰ ਗੱਲ ਮੈਂ ਪੁੱਛਣਾ ਚਾਹਨਾ, ਇੱਕ ਤੇ ਉਹਨਾਂ FIU ਵਾਲੇ ਆਖਿਆ ਜੀ ਉਹ ਜਿਹੜੀ ਪ੍ਰੈਸ ਰਿਲੀਜ਼ ਵਗੈਰਾ ਸੀ ਉਹ ਫੇਕ ਹੈਗੀ ਸੀ ਇੱਕ, ਔਰ ਦੂਸਰੀ ਵਾਰ ਪਿਛਲੀ ਵਾਰੀ ਉਹਨਾਂ ਆਖਿਆ ਕਿ ਨਹੀਂ ਜੀ ਅਸੀਂ ਇਹ ਨਹੀਂ ਕਰ ਰਹੇ, ਨਹੀਂ ਕਰਾਂਗੇ, ਬਿਲਕੁਲ ਨਹੀਂ ਕਰਾਂਗੇ, ਲੇਕਿਨ ਫਿਰ ਉਹਨਾਂ ਕੇਸ ਜਿਹੜਾ ਉਸ ਤੋਂ ਬਾਅਦ ਬਣਾਇਆ। ਜ਼ਾਹਿਰ ਹੈ ਜਦੋਂ ਹਾਈ ਕੋਰਟ ਨੇ ਉਹ ਖਤਮ ਕਰ ਦਿੱਤਾ ਉਸ ਵੇਲੇ ਤੱਕ ਅਪੀਲ ਵੀ ਨਹੀਂ ਸੀ ਗਈ ਸੁਪਰੀਮ ਕੋਰਟ 'ਚ ਤੇ ਫਿਰ ਵੀ ਉਹਨਾਂ ਲਾਗੂ ਕੀਤਾ ਅਰਸ਼ਦ ਸ਼ਰੀਫ ਤੇ ਵੀ ਸਮੀ ਇਬਰਾਹਿਮ ਤੇ ਵੀ, ਤੇ ਉਸ ਤੋਂ ਬਾਅਦ ਵੀ ਇਹ ਸਾਰੇ ਮਾਮਲਾਤ ਨਹੀਂ ਉਸ ML ਸਾਹਿਬ ਮੈਂ ਇਹੀ ਤੁਹਾਨੂੰ ਦੱਸ ਬੈਠਾ ਕਿ ਪੀਕਾ ਐਕਟ ਜਿਹੜਾ ਹੈ ਪਾਰਸ਼ਲ ਜਿਹੜਾ ਹੈ ਨਾ ਉਸਦਾ ਇੱਕ ਸੈਕਸ਼ਨ ਜਿਹੜਾ ਹੈ ਉਸ ਨੂੰ ਕਲਅਦਮ ਕਰਾਰ ਦਿੱਤਾ ਗਿਆ ਪਾਰਸ਼ਲੀ। ਪੀਕਾ ਐਕਟ ਆਪਣੀ ਜਗ੍ਹਾ ਤੇ ਮੌਜੂਦ ਹੈ ਜਿਹੜਾ 2016 ਚ ਮਨਜ਼ੂਰ ਹੋਇਆ ਹੈ। ਪੀਕਾ ਆਰਡੀਨੈਂਸ ਜਿਹੜਾ ਮੌਜੂਦਾ ਪਿਛਲੀ ਹੁਕੂਮਤ ਨੇ ਲਿਆਉਣ ਦੀ ਜਾਂ ਨਾਫਜ਼ ਕਰਨੇ ਦੀ ਕੋਸ਼ਿਸ਼ ਕੀਤੀ ਉਹ ਕਲਅਦਮ ਕਰਾਰ ਦਿੱਤਾ ਗਿਆ ਉਸ 'ਚ ਜਿਸ ਸਖਤ ਸਜ਼ਾਵਾਂ ਸਨ। ਤਾਹਮ ਇਹ ਜਿਹੜੇ ਨੋਟਿਸਿਸ ਹੋਏ ਇਹ ਉਸ ਪੀਕਾ ਐਕਟ ਦੇ ਤਹਿਤ ਹੀ ਹੋਏ ਔਰ ਇਸ ਦੇ ਤਹਿਤ ਵੈਸੇ ਹੀ ਅੱਜ ਵੀ ਬਲਕਿ ਚੀਫ ਜਸਟਿਸ ਸਾਹਿਬ ਨੇ ਕਿਹਾ ਵੇ ਕਿ ਜਿਹੜਾ ਫੇਕ ਨਿਊਜ਼ ਵਾਲਾ ਐਲੀਮੈਂਟ ਹੈ ਅਗਰ ਕੋਈ ਝੂਠੀ ਖਬਰ ਹੈ ਤੇ ਉਸਨੂੰ ਉਹ ਜਰਨਲਿਸਟ ਨੂੰ ਸਾਫ਼ ਦੇਣਾ ਪਏਗਾ ਜਿਹੜਾ ਜਰਨਲਿਸਟ ਫੇਕ ਨਿਊਜ਼ ਦੇਗਾ। ਔਰ ਮੇਰਾ ਖਿਆਲ ਹੈ ਕਿ ਬਿਲਕੁਲ ਦੇਣਾ ਵੀ ਚਾਹੀਦਾ ਹੈ ਕਿ ਤੁਹਾਡੇ ਕੋਲ ਕੋਈ ਲਾਇਸੈਂਸ ਨਹੀਂ ਹੈ ਕਿ ਅਗਰ ਤੁਸੀਂ ਇਸ ਸ਼ੋਬੇ 'ਚ ਆ ਗਏ ਹੋ ਕਿਸ ਤਰੀਕੇ ਨਾਲ ਔਰ ਉਸ ਤੋਂ ਬਾਅਦ ਤੁਸੀਂ ਕਿਸੇ ਦੇ ਆਲਾਕਾਰ ਬਣ ਜਾਓ ਜਾਂ ਕਿਸੇ ਪੋਲੀਟੀਕਲ ਜਮਾਤ ਦੇ ਨੁਮਾਇੰਦੇ ਬਣ ਜਾਓ ਜਾਂ ਸਿਆਸੀ ਕਾਰਕੁਨ ਬਣ ਜਾਓ, ਬਲਕਿ ਤੁਸੀਂ ਸਾਫ਼ੀ ਰਹੋ ਔਰ ਗੈਰ ਜਾਨਿਬਦਾਰ ਹੋ ਕੇ ਫੈਕਟਸ 'ਤੇ ਮਬਨੀ
ਰਿਪੋਰਟਿੰਗ ਕਰੋ, ਨਾ ਕਿ ਕਿਸੇ ਪੋਲੀਟੀਕਲ ਜਮਾਤ ਦੇ ਤਰਜਮਾਨ ਬਣ ਕੇ ਰਿਪੋਰਟਿੰਗ ਕਰੋ, ਜਾਂ ਕਿਸੇ ਦੇ ਟਾਊਟ ਬਣ ਕੇ ਰਿਪੋਰਟਿੰਗ ਕਰੋ, ਜਾਂ ਤੁਸੀਂ ਕਿਸੇ ਦੇ ਆਲਾਕਾਰ ਬਣ ਕੇ ਰਿਪੋਰਟਿੰਗ ਕਰੋ। ਅੱਛਾ, ਨਹੀਂ ਮਹਿਬੂਬ ਸਾਹਿਬ, ਤੁਹਾਡੀ ਜ਼ਿੰਦਗੀ ਗੁਜ਼ਰ ਗਈ, ਇਹ ਜਿਹੜੇ ਮਾਮਲਾਤ ਹਨ, ਕ੍ਰਾਈਮ ਹੈ, ਜੁਰਮ ਸਜ਼ਾ ਦੀ ਕਹਾਣੀ ਹੈ, ਉਹ ਸਾਰੀਆਂ ਤੁਹਾਡੇ ਸਾਹਮਣੇ ਹੋਈਆਂ, ਔਰ ਸਭ ਪਿੰਡੀ ਇਸਲਾਮਾਬਾਦ ਦੇ ਚੰਦ ਜਿਹੜੇ ਵੱਡੇ ਕ੍ਰਾਈਮ ਰਿਪੋਰਟਰ ਨੇ ਔਰ FIA ਨੂੰ ਦੇਖਣ ਵਾਲੇ ਨੇ। ਇਹ ਜਿਹੜਾ ਨੈਬ ਹੈ ਔਰ ਜਿਹੜਾ FIA ਹੈ, ਇਹ ਹਕੂਮਤੀ ਆਲਾਕਾਰ ਬਣਦਾ ਹੈ ਕਈ ਵਾਰੀ, ਔਰ ਲੋਕਾਂ ਨੂੰ ਟੇਢਾ ਕਰਨ ਵਾਸਤੇ, ਉਹਨਾਂ ਦੀ ਬਾਂਹ ਮਰੋੜਨ ਵਾਸਤੇ ਬਣਦਾ ਹੈ, ਜਾਂ ਨਹੀਂ ਬਣਦਾ, ਜਾਂ ਝੂਠ ਹੈ, ਜਾਂ ਸੱਚ? ਕਹਾਣੀ ਕੀ ਹੈ? ਅਹਿਮਦ ਲਤੀਫ ਸਾਹਿਬ, ਇਹ ਤੇ ਬਿਲਕੁਲ ਹਕੀਕਤ ਰੋਜ਼ੇ ਰੋਸ਼ਨ ਦੀ ਤਰ੍ਹਾਂ ਪੂਰੇ ਇਸ ਮੁਲਕ ਦੇ ਆਵਾਮ ਨੂੰ ਵੀ ਆਯਾਮ ਹੈ, ਔਰ ਮੇਰਾ ਖਿਆਲ ਹੈ ਤੁਹਾਨੂੰ ਵੀ ਆਯਾਮ ਹੈ। ਤੁਸੀਂ ਸਵਾਲ ਕਰ ਲਿੱਤਾ। ਮੇਰਾ ਤੇ ਖਿਆਲ ਹੈ ਜੀ, ਪਹਿਲੀ ਜਿਹੜੀ ਬੁਨਿਆਦੀ ਗੱਲ ਹੈ, ਕਿਸੇ ਵੀ ਮੁਲਕ ਦੇ ਅੰਦਰ ਐਂਟੀ ਕਰਪਸ਼ਨ ਦੀਆਂ 3 ਏਜੰਸੀਆਂ ਨਹੀਂ ਹੁੰਦੀਆਂ। ਠੀਕ। ਇੱਕ ਹੀ ਕਾਨੂੰਨ ਹੁੰਦਾ ਔਰ ਪੂਰੇ ਮੁਲਕ 'ਚ ਲਾਗੂ ਹੋਣਾ ਚਾਹੀਦਾ ਹੈ। ਇੱਥੇ ਬਦਕਿਸਮਤੀ ਨਾਲ 3 ਇਦਾਰੇ ਕੰਮ ਕਰ ਰਹੇ ਨੇ ਐਂਟੀ ਕਰਪਸ਼ਨ ਦੇ। ਬਿਲਕੁਲ। ਸਭ ਤੋਂ ਪਹਿਲੇ ਪੰਜਾਬ ਐਂਟੀ ਕਰਪਸ਼ਨ, ਜਿਹੜੇ ਕਿ ਪੰਜਾਬ ਕਹਿ ਰਿਹਾ ਸੂਬਾਈ ਐਂਟੀ ਕਰਪਸ਼ਨ ਪ੍ਰੋਵੀਜ਼ਨਲ, ਉਹ ਹਰ ਸੂਬੇ 'ਚ ਤੁਸੀਂ ਆਪਣੀ ਐਂਟੀ ਕਰਪਸ਼ਨ ਏਜੰਸੀ ਮੌਜੂਦ ਹੈ, ਉਹ ਜਨਾਬ ਉਹੀ ਕੰਮ ਕਰ ਰਹੀ ਹੁੰਦੀ ਹੈ। ਫਿਰ ਆ ਜਾਂਦਾ ਜੀ FIA ਦੇ ਐਂਟੀ ਕਰਪਸ਼ਨ ਲਾਜ਼। ਠੀਕ ਹੈ, FIA ਵੀ ਐਂਟੀ ਕਰਪਸ਼ਨ ਏਜੰਸੀ, ਉਹ ਵੀ ਕੰਮ ਕਰ ਰਹੀ ਹੁੰਦੀ ਹੈ, ਮਨੀ ਲਾਂਡਰਿੰਗ 'ਤੇ ਵੀ ਕੰਮ ਕਰ ਰਹੀ ਹੈ, ਕਰਪਸ਼ਨ ਦੇ ਕੇਸਿਸ 'ਤੇ ਵੀ ਕੰਮ ਕਰ ਰਹੀ ਹੈ, ਬਿਊਰੋਕਰੇਸੀ ਦੇ ਖਿਲਾਫ ਵੀ ਕੰਮ ਕਰ ਰਹੀ ਹੈ, ਸਿਆਸਤਦਾਨ ਦੇ ਖਿਲਾਫ ਵੀ ਕੰਮ ਕਰ ਰਹੀ ਹੈ, ਸੋਸ਼ਲ ਮੀਡੀਆ ਜਰਨਲਿਸਟਾਂ ਦੇ ਖਿਲਾਫ ਵੀ ਕੰਮ ਚੱਲ ਰਿਹਾ ਹੈ, ਬਲਾਗਰਸ ਦੇ ਖਿਲਾਫ ਵੀ ਕੰਮ ਚੱਲ ਰਿਹਾ ਹੈ, ਔਰ ਆਮ ਸ਼ਹਿਰੀਆਂ ਦੇ ਖਿਲਾਫ ਵੀ ਕੰਮ ਚੱਲ ਰਿਹਾ ਹੈ। ਔਰ ਇਸ ਦੇ ਬਾਅਦ ਇੱਕ ਕੌਮੀ ਇਹਤਸਾਬ ਬਿਊਰੋ ਜਿਹੜਾ ਬਣਾਇਆ ਗਿਆ, ਉਹ ਉਹਨਾਂ ਦਾ ਵੀ ਇੱਕ ਆਪਣਾ ਅੰਦਾਜ਼ ਹੈ, ਇੱਕ ਆਪਣਾ ਤਰੀਕਾਕਾਰ ਹੈ, ਉਹ ਵੀ ਐਂਟੀ ਕਰਪਸ਼ਨ ਏਜੰਸੀ ਹੈ, ਉਹਨਾਂ ਦੇ ਕੇਸਿਸ ਵੀ ਚਲੇ ਆ ਰਹੇ ਨੇ। ਔਰ ਮੈਂ ਤੁਹਾਨੂੰ ਦੱਸਾਂ ਕਿ ਸੁਪਰੀਮ ਕੋਰਟ ਆਫ ਪਾਕਿਸਤਾਨ ਨੇ ਵੀ ਕਈ ਵਾਰ ਇਸ 'ਤੇ ਕਈ ਡਾਇਰੈਕਸ਼ਨਸ ਉਹਨਾਂ ਦੀਆਂ ਇਨ ਰਾਈਟਿੰਗ ਬਾਈ ਆਰਡਰਸ ਮੌਜੂਦ ਹਨ ਕਿ ਅੱਲਾ ਦਾ ਵਾਸਤਾ ਜੇ ਕੁਛ ਕਾਨੂੰਨ ਕਾਇਦੇ इंसाफ ਦੇ ਤਕਾਜ਼ਿਆਂ ਔਰ ਕਾਨੂੰਨ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੇ ਕੇਸਿਸ बढ़ाओ, अपनी इंक्वायरियाँ करो। मैं किसी इदारे का नाम लेते बगैर बिल्कुल यानी कि बड़े यकीन और बड़े दावे दस ने अपने उस इंफॉर्मेशन की बेस से कि बहुत सारे रेफरेंस, बहुत सारे केसिस ਜਿਹੜੇ बड़े हाई प्रोफाइल सन, बंदे अरेस्ट होए, केसिस बने, साल ਜਿਹੜੇ बाद ਉਹ ਅਦਾਲਤਾਂ 'ਚੋਂ ਬਰੀ ਹੋ ਗਏ। ਹੁਣ ਮੈਂ ਇਸ ਅਦਾਲਤਾਂ ਦਾ ਕਸੂਰ ਇਸ ਲਈ ਨਹੀਂ ਕਹਾਂਗਾ ਅਹਿਮਦ ਲਤੀਫ ਸਾਹਿਬ, ਕਿਉਂਕਿ ਅਦਾਲਤ ਵਿੱਚ ਮੁਤਲਕਾ ਏਜੰਸੀ ਨੇ ਉਹ तमाम ਸ਼ਵਾਹਿਦ ਪ੍ਰੋਵਾਈਡ ਕਰਨੇ ਹੁੰਦੇ ਨੇ, ਜਿਸ ਦੀ ਬੁਨਿਆਦ 'ਤੇ ਤੁਸੀਂ ਮੁਕੱਦਮਾਤ ਦਰਜ ਕੀਤੇ ਹੁੰਦੇ ਨੇ। ਤੁਸੀਂ ਬਤੌਰ ਕੇਸ ਜਦੋਂ ਚਲਾਨ ਹੁੰਦਾ ਹੈ, ਤੁਸੀਂ ਉਹ ਐਵੀਡੈਂਸ ਔਰ ਸ਼ਹਾਦਤਾਂ ਪ੍ਰੋਡਿਊਸ ਕਰਨੀਆਂ ਹੁੰਦੀਆਂ ਨੇ। ਲੇਕਿਨ ਇੱਥੇ ਹੁੰਦਾ ਕਿ ਇਹ ਵਕਤ ਗੁਜ਼ਰਨ ਦੇ ਨਾਲ ਨਾ ਸਿਰਫ ਉਹ ਸ਼ਹਾਦਤਾਂ ਜ਼ਾਇਆ ਹੋ ਜਾਂਦੀਆਂ ਜਾਂ ਜ਼ਾਇਆ ਕਰ ਦਿੱਤੀਆਂ ਜਾਂਦੀਆਂ ਜਾਂ ਸਿਰੇ ਤੋਂ ਉਹ ਸ਼ਹਾਦਤਾਂ ਹੁੰਦੀਆਂ ਹੀ ਨਹੀਂ, ਝੂਠੇ ਫੇਕ ਕੇਸ ਬਣਾਏ ਜਾਂਦੇ ਨੇ। ਔਰ ਇੱਥੇ ਕਿਉਂਕਿ ਪੋਲੀਟੀਕਲ ਬਹੁਤ ਜ਼ਿਆਦਾ ਕੇਸਿਸ ਬਣਦੇ ਨੇ। ਕੱਲ੍ਹ ਤੱਕ ਪਾਕਿਸਤਾਨ ਮੁਸਲਿਮ ਲੀਗ ਨੂਨ, ਪਾਕਿਸਤਾਨ ਪੀਪਲਜ਼ ਪਾਰਟੀ, ਇਸ ਤੋਂ ਇਲਾਵਾ ਦੀਗਰ ਜਮਾਤਾਂ ਦੇ ਕਿਆਦਤ ਦੇ ਖਿਲਾਫ ਵੀ ਬਣਦੇ ਸਨ ਕੇਸਿਸ। ਔਰ ਹੁਣ ਆਉਣ ਵਾਲੇ ਦਿਨ ਸੁਣ ਰਹੇ ਹਾਂ ਕਿ PTI ਦੇ ਲੋਕਾਂ ਦੇ ਖਿਲਾਫ ਵੀ ਕੇਸਿਸ ਬਣਦੇ ਨੇ। ਅਤੇ ਇਹ ਯਾਨੀ ਕਿ ਇਹ ਇਦਾਰਿਆਂ ਨੂੰ ਸੋਚਣਾ ਚਾਹੀਦਾ ਕਿ ਉਹ ਆਪਣੀ ਰੈਪੂਟੇਸ਼ਨ ਕਿਉਂ ਖਰਾਬ ਕਰ ਰਹੇ ਨੇ, ਆਪਣੇ ਇਦਾਰਿਆਂ ਦੀ ਨੇਕਨਾਮੀ ਨੂੰ ਕਿਉਂ ਖਰਾਬ ਕਰ ਰਹੇ ਨੇ, ਕਿਉਂ ਨਹੀਂ ਮੈਰਿਟ 'ਤੇ ਕੰਮ ਕਰਦੇ, ਕਿਉਂ ਨਹੀਂ इंसाफ से मबनी कम कर दे। और दूसरा मन एक कानून तो बड़ा इख्तलाफ है जरा कि पार्लियामेंट तो मंजूर है और इस तरह नज़रसानी भी शायद हो रही है कि एक ऐसा कानून है जी कि तुसी अपनी मैं तुहाडे ते इल्ज़ाम ला देता है या मैं तुहाडे ते इल्ज़ाम ला के तुहानू बुला लेता है कि जी ए तुहाडे ते इल्ज़ाम है, अपनी तुसी बेगुनाही साबित करो। और मैं नहीं समझदा कि ऐसा कोई कानून होना चाहिए। पहले तुसी किसी भी फर्द के खिलाफ, अगर किसी के खिलाफ तुहानू शिकायत है, उसके खिलाफ कोई एविडेंस है, उस शहादत उस सबूत की बुनियाद तुसी मुतलका बंदे नूं बुलांदे हो, मुलजम नूं बुलांदे हो और उसनूं दसदे हो जनाब ए तेरे ते इल्ज़ामात और ए उसकी एविडेंस है, सबूत है, हुण तू अपनी बेगुनाही अगर कुछ दे सकना है तो दे और उस बाद जजा और सज़ा का अमल स्टार्ट होता है। लेकिन इतने कानून बनाने वाले क्योंकि वो पोलिटिकल इंजीनियरिंग करनी सी, लिहाजा कानून भी ऐसे ही बनाए। और मैं तुहाडे तवासत नाल एक होर जिहड़ा मैनूं मौका मिले, एक होर जिहड़ी गल बड़ी अहम है। पाकिस्तान इकतसादी और माशी लिहाज नाल बहुत ही क्राइसिस का शिकार और हुण कई दहाइयां तो है लेकिन आजकल शिद्दत ज़रा ज़्यादा है दिवालिया का। लेकिन असी किसी नूं कसूरवार नहीं कहते, मैं समझदा कि सारे ही कसूरवार हैं। उससे सारे जितने भी मुल्क के सियासतदान, ब्यूरोक्रेसी, आवाम हैं, सारिਆਂ ਦਾ अपना अपना हिस्सा है इस मामले कि आवाम अगर प्रॉपर टैक्स नहीं देंगे और
ਪੋਲੀਟੀਸ਼ੀਅਨ ਆਪਣਾ ਕੰਮ ਪ੍ਰੋਪਰਲੀ ਕਰਦਾ ਨਹੀਂ, ਮਾਸਵਾਏ ਕਿ ਆਵਾਮ ਦੇ ਟੈਕਸਾਂ ਦੇ ਉਹ ਨਾ ਸਿਰਫ ਬੈਰੂਨੀ ਮੁਲਕ ਦੌਰੇ ਕਰਦਾ ਔਰ ਇੰਜੋਇਮੈਂਟ ਕਰਦਾ ਹੈ ਔਰ ਲਗਜ਼ਰੀ ਲਾਈਫ ਨੂੰ ਇੰਜੋਏ ਕਰਦਾ ਹੈ, ਔਰ ਬਿਊਰੋਕਰੇਟ ਉਸੇ ਟੈਕਸੇ ਦੇ ਪੈਸੇ ਨਾਲ ਸਾਰਾ ਦਿਨ ਆਪਣੇ ਦਫ਼ਤਰ 'ਚ ਨਾ ਸਿਰਫ ਇੰਜੋਏ ਕਰਦਾ ਹੈ ਬਲਕਿ ਉਹ ਪਾਲਿਸੀਆਂ ਜਾਂ ਉਹ ਕਵਾਨੀਨ ਜਾਂ ਉਹ ਰਿਫਾਰਮਸ ਨਹੀਂ ਲਿਆਉਣ ਦੀ ਕੋਸ਼ਿਸ਼ ਕਰਦੇ ਜਿਹੜੀਆਂ ਕਿ ਹਕੀਕੀ ਤੌਰ 'ਤੇ ਇਸ ਮੁਲਕ ਦੇ ਆਵਾਮ ਔਰ ਇਸ ਮੁਲਕ ਵਾਸਤੇ ਚਾਹੀਦੀਆਂ। ਔਰ ਅੱਜ ਸਾਨੂੰ ਇਤਨਾ ਅਰਸਾ ਹੋ ਗਿਆ 70 ਸਾਲ ਤੋਂ ਜ਼ਾਇਦ ਪਾਕਿਸਤਾਨ ਦੇ ਕਿਆਮ ਨੂੰ ਹੋ ਚੁੱਕਿਆ ਹੋਇਆ, ਅਤੇ ਅੱਲਾਹ ਤਾਲਾ ਇਸ ਮੁਲਕ 'ਤੇ ਰਹਿਮ ਕਰੇ, ਅੱਲਾਹ ਤਾਲਾ ਇਸ ਮੁਲਕ ਨੂੰ ਕੋਈ ਨੇਕ ਕਿਆਦਤ ਦੇ ਦੇਵੇ, ਅੱਛੇ ਲੋਕ ਦੇ ਦੇਵੇ ਜਿਹੜੇ ਇਸ ਮੁਲਕ ਔਰ ਕੌਮ ਦਾ ਸੋਚਣ। ਜੀ ਅਸੀਂ ਇੱਥੇ ਨਿੱਕਾ ਜਿਹਾ ਵਕਫਾ ਲਵਾਂਗੇ ਤੇ ਫਿਰ ਅਸੀਂ ਕ੍ਰਾਈਮ ਸੀਨ ਨਾਲ ਜਾਵਾਂਗੇ ਔਰ ਜੁਰਮ ਸਜ਼ਾ ਦੀ ਜਿਹੜੀ ਦੁਨੀਆ ਹੈ ਪੂਰੇ ਪਾਕਿਸਤਾਨ ਦੀ ਕਰੀਮ ਜਿਹੜੀ ਹੈ ਅਦੀਬ ਸ਼ਾਇਰ ਫਨਕਾਰ ਵੀ ਤੇ ਉਹ ਫਨਕਾਰ ਵੀ ਜਿਹੜੇ ਅੰਡਰਵਰਲਡ ਦੇ ਲੋਕ ਹੁੰਦੇ ਨੇ ਉਹ ਵੀ ਸਾਰਾ ਮਾਫੀਆਜ਼ ਵੀ ਇੱਥੇ ਆਣ ਇਕੱਠਾ ਹੁੰਦਾ ਹੈ, ਉਸ 'ਤੇ ਅਸੀਂ ਗੱਲ ਕਰਾਂਗੇ। ਇੱਥੇ ਲੈਣੇ ਨਿੱਕਾ ਜਿਹਾ ਵਕਫਾ। ਵੈਲਕਮ ਬੈਕ ਜੀ। ਥੜਾ ਸਿਆਸਤ A1 TV ਦਾ ਪ੍ਰੋਗਰਾਮ ਤੁਹਾਡਾ ਪਿਆਰਾ ਤੇ ਤੁਸੀਂ ਇਹਦੇ ਨਾਲ ਬੜਾ ਪਿਆਰ ਕਰਦੇ ਹੋ, ਸਾਡੇ ਨਾਲ ਰਹਿੰਦੇ ਹੋ। ਤੇ ਸਾਡੇ ਕੋਲ ਅੱਜ ਮੌਜੂਦ ਨੇ ਨਈਮ ਮਹਿਬੂਬ ਕੋਲ ਮੈਂ ਪੁੱਛਾਂਗਾ ਜੀ, ਇਹ ਜਿਹੜੇ ਸਾਰੇ ਮਾਫੀਆਜ਼ ਨੂੰ ਇੱਥੇ ਇਕੱਠੇ ਹੋ ਜਾਂਦੇ ਨੇ, ਫਿਰ ਉਹ ਵੱਡੀਆਂ ਵੱਡੀਆਂ ਕੋਠੀਆਂ ਲੈ ਲੈਂਦੇ ਨੇ ਤੇ ਉੱਥੇ ਫਿਰ ਸਾਰੇ ਕੰਮ ਹੁੰਦੇ ਨੇ ਤੇ ਸ਼ਬਾਨਾ ਮਹਿਫਲਾਂ ਵੀ ਹੁੰਦੀਆਂ ਨੇ। ਤੇ ਇੱਥੇ ਜ਼ੇਰੇ ਜ਼ਮੀਨ ਇਸਲਾਮਾਬਾਦ ਜਿਹੜਾ ਮੈਂ ਕਈ ਵਾਰੀ ਇਹ ਦੇਖਿਆ ਹੈ ਕਿ ਸ਼ੀਸ਼ਾ ਜਿਹੜੇ ਸੈਂਟਰ ਉਹਨਾਂ ਦੇ ਬਾਹਰ ਵਿਗੜੀਆਂ ਜਿਹੜੀਆਂ ਨਸਲਾਂ ਨੇ ਔਰ ਫਿਰ ਡੋਜ਼ਾਂ ਜਿਹੜੀਆਂ ਲੱਖ ਰੁਪਏ ਦੀ 2-2 ਲੱਖ ਦੀ ਡੋਜ਼ ਹੈ, ਉਹ ਬੱਚੇ ਔਰ ਬੱਚੀਆਂ ਛੋਟੇ ਇਹ ਸਾਰਾ ਨੈਟਵਰਕ ਜਿਹੜਾ ਹੈ, ਮੈਂ ਪੁੱਛਣਾ ਇਹ ਚਾਹੁੰਦਾ ਤੁਹਾਡੇ ਕੋਲੋਂ, ਤੁਹਾਡੀ ਜ਼ਿੰਦਗੀ ਗੁਜ਼ਰ ਗਈ, ਇਹ ਕੌਣ ਲੋਕ ਨਸ਼ਾ ਵੀ ਹੈ, ਮਨਸ਼ੀਆਤ ਵੀ ਹੈ, ਮਹਿੰਗੀਆਂ ਡੋਜ਼ਾਂ ਵੀ ਨੇ, ਕੁੜੀਆਂ ਦੇ ਸਕੂਲ, ਮੁੰਡਿਆਂ ਦੇ ਸਕੂਲ, ਇਹ ਸਾਰਾ ਅਜੀਬੋ ਗਰੀਬ ਕੰਮ ਜਿਹੜਾ ਹੈ। ਔਰ ਉਹ ਤੁਹਾਡੇ ਸਾਹਮਣੇ ਉਹ ਕੁੜੀ ਸੀ ਵਿਚਾਰੀ ਨੂਰ ਮੁਕੱਦਮ, ਉਹ ਵੀ ਕਿਸ ਤਰ੍ਹਾਂ ਉਹ ਪਾਗਲਪਨ ਔਰ ਐਸੇ ਲੋਕ, ਔਰ ਉਹਦਾ ਮਾਂ ਪਿਓ ਕਹਿੰਦੇ ਜੀ ਉਹ ਇੰਜੋਏ ਕਰ ਰਿਹਾ ਹੈ ਮੇਰਾ ਬੇਟਾ। ਇਹੋ ਜਿਹੀ ਜਿਹੜੀ ਕਲਾਸ ਹੈ ਇਹ ਸਾਰੀ ਜਿਹੜੀ ਹੈ ਇਤਨਾ ਵਿਗਾੜ ਜਿਹੜਾ ਹੈ, ਇਹ ਤੁਹਾਡਾ ਕ੍ਰਾਈਮ ਰਿਪੋਰਟਰ ਜਿਹੜਾ ਅੰਦਰ ਦਾ ਹੈ ਉਹ ਕੀ ਦੇਖਦਾ ਹੈ ਔਰ ਕੌਣ ਕਸੂਰਵਾਰ ਹੈ ਔਰ ਇਹ ਕੀ ਹੋਣ ਲੱਗਿਆ? ਐਮਐਲ ਲਤੀਫ ਸਾਹਿਬ, ਬਿਲਕੁਲ ਤੁਹਾਡਾ ਬੜਾ ਜ਼ਬਰਦਸਤ ਸਵਾਲ ਹੈ ਔਰ ਬੜਾ ਵੈਲਿਡ ਸਵਾਲ ਹੈ। ਬੜੀ ਬਦਕਿਸਮਤੀ ਹੈ ਅਹਿਮਦ ਲਤੀਫ ਸਾਹਿਬ ਕਿ ਇਸ ਵਕਤ ਪਾਕਿਸਤਾਨ ਦੇ ਅੰਦਰ ਜਿਹੜੀ ਸਾਡੀ ਨਵੀਂ ਨਸਲ ਹੈ ਉਹ ਨਸ਼ੇ ਦੀ ਲੱਤ ਵਿੱਚ ਇਸ ਬੁਰੀ ਕਦਰ ਤਰ੍ਹਾਂ ਇਨਵੋਲਵ ਹੈ ਜਿਸ ਦਾ ਮੈਂ ਬਿਆਨ ਕਰਨਾ ਬੜਾ ਮੁਸ਼ਕਿਲ ਹੋਏਗਾ ਮੇਰੇ ਵਾਸਤੇ। ਲੇਕਿਨ ਤੁਸੀਂ ਅਗਰ ਮੈਕਸਿਮਮ ਤਾਲਬ ਇਲਮਾਂ, ਮੈਕਸਿਮਮ ਨੌਜਵਾਨ ਲੜਕੇ ਲੜਕੀਆਂ ਨੂੰ ਦੇਖੋਗੇ, ਬਲਕਿ ਹੁਣ ਤਾਂ ਸਰ ਇਸ ਕਦਰ ਰਿਵਾਜ ਹੋ ਗਿਆ ਕਿ ਤੁਸੀਂ ਆਮ ਮਾਰਕੀਟਾਂ ਵਿੱਚ ਵੀ ਜਿਹੜੇ ਓਪਨ ਰੈਸਟੋਰੈਂਟ ਬਾਹਰ ਫੁੱਟਪਾਥਾਂ 'ਤੇ ਕੁਰਸੀਆਂ ਲੱਗੀਆਂ ਹਨ, ਕੋਈ ਚਾਏ ਖਾਨੇ ਚੱਲ ਰਹੇ ਨੇ, ਕੋਈ ਸਟੇਕਸ ਚੱਲ ਰਹੇ ਨੇ, ਕੋਈ ਬਰਗਰ ਹਾਊਸਿਸ ਚੱਲ ਰਹੇ ਨੇ ਜਾਂ ਸ਼ੋਰਮਾ ਸੈਂਟਰ ਚੱਲ ਰਹੇ ਨੇ, ਉੱਥੇ ਵੀ ਤੁਸੀਂ ਦੇਖੋਗੇ ਕਿ ਲੜਕੇ ਲੜਕੀਆਂ ਓਪਨਲੀ ਸਿਗਰਟ, ਚਰਸ, ਸਾਰਾ ਕੰਮ ਕਰੀ ਹੁੱਕਾ, ਬੜੇ ਸ਼ੀਸ਼ਾ ਬੜੇ ਮਜ਼ੇ ਨਾਲ ਪੀ ਰਹੇ ਹੁੰਦੇ ਨੇ। ਉਹਨਾਂ ਨੂੰ ਕੋਈ ਖੌਫ, ਕੋਈ ਡਰ ਨਹੀਂ ਹੁੰਦਾ ਕਿ ਕੋਈ ਉਹਨਾਂ ਨੂੰ ਦੇਖ ਲੇਗਾ, ਕੋਈ ਉਹਨਾਂ ਦੀ ਤਸਵੀਰ ਬਣਾ ਲੇਗਾ, ਕੋਈ ਉਹਨਾਂ ਦੇ ਵਾਲਿदैन ਨੂੰ ਦੱਸ ਦੇਗਾ। ਔਰ ਜਿਹੜੀਆਂ ਨਿੱਜੀ ਮਹਿਫਲਾਂ ਜਿਨ੍ਹਾਂ ਨੂੰ ਡਾਂਸ ਪਾਰਟੀਆਂ ਵੀ ਕਹਿੰਦੇ ਨੇ ਔਰ ਬੇਸ਼ੁਮਾਰ, ਕਦੀ ਉਹ ਸਾਲਗਿਰਾਹ ਦੇ ਬਹਾਨੇ ਰੱਖਿਆ ਜਾਂਦੇ ਨੇ, ਕਦੀ ਉਹ ਕਿਸੇ ਨਾ ਕਿਸੇ ਡੇ ਦੇ ਹਵਾਲੇ ਨਾਲ ਕੋਈ ਨਾ ਕੋਈ ਬਹਾਨਾ ਬਣਾ ਕੇ ਰੱਖੀ ਨਾ, ਉੱਥੇ ਵੀ ਜਿਹੜਾ ਨਸ਼ਾ ਅਵਰ ਚੀਜ਼ਾਂ ਜਿਸ 'ਚ ਬਹੁਤ ਬੜੇ ਜਦੀਦ ਨਸ਼ੇ ਆ ਗਏ, ਉਹ ਸਭ ਨੂੰ ਕੁੜੀਆਂ ਦੀਆਂ ਮਹਿਫਲਾਂ ਤੇ ਮੁੰਡਿਆਂ ਦੀਆਂ ਮਹਿਫਲਾਂ ਨਹੀਂ, ਜੋ ਮਹਿਫਲਾਂ ਮਿਕਸ ਚੱਲ ਰਹੀਆਂ ਔਰ ਕੋਈ ਸ਼ਰਮੋ ਹਯਾ ਨਹੀਂ, ਲੈਸਬੀਅਨ ਸਾਰਾ ਸਭ ਢੇਰ ਲੱਗਿਆ। ਔਰ ਇਸ ਬਦਕਿਸਮਤੀ ਮੇਰਾ ਖਿਆਲ ਹੈ ਕਿ ਸਭ ਤੋਂ ਜ਼ਿਆਦਾ ਵੱਡਾ ਕਸੂਰ ਪੈਸੇ, ਉਹ ਬਿਲਕੁਲ ਇੱਕ ਉਹ ਐਲੀਮੈਂਟ ਜ਼ਰੂਰ ਹੈ ਕਿ ਅਗਰ ਇਸ ਵਕਤ ਤੁਸੀਂ ਹਰਾਮ ਦੀ ਕਮਾਈ ਨਾਲ ਆਪਣੇ ਬੱਚਿਆਂ ਦੀ ਪਰਵਰਿਸ਼ ਕਰੋਗੇ ਤਾਂ ਫਿਰ ਉਸਦੇ ਰਿਜ਼ਲਟ ਔਰ ਨਤਾਇਜ ਇਹੀ ਆਉਣਗੇ। ਲੇਕਿਨ ਇਸ 'ਚ ਵਾਲਿदैन ਦਾ ਬਹੁਤ ਵੱਡਾ ਕਸੂਰ ਹੈ ਜਿਹੜਾ ਉਹਨਾਂ ਦਾ ਪ੍ਰੋਪਰ ਆਪਣੇ ਬੱਚਿਆਂ ਦੀ ਤਰਬੀਅਤ ਨਾ ਕਰਨਾ ਔਰ ਬੱਚਿਆਂ ਨੂੰ ਖੁੱਲ੍ਹੇ ਪੈਸੇ ਦੇਣਾ। ਔਰ ਅਗਰ ਉਹਨਾਂ ਦੇ ਨੋਟਿਸ ਆ ਵੀ ਗਿਆ ਕਿ ਬੱਚਾ ਕੋਈ ਸ਼ਖਸੀ ਆਜ਼ਾਦੀ, ਹਾਂ ਯਾਨੀ ਕਿ ਆਜ਼ਾਦੀ ਦੇ ਨਾਂ 'ਤੇ ਕਿ ਬੱਚੇ ਹਮਾਰੇ ਆਜ਼ਾਦ ਹੈ, ਸਮਝਦਾਰ ਹੈ, ਉਸ ਦਾ ਬੜਾ ਨਾਜਾਇਜ਼ ਇਸਤੇਮਾਲ ਹੋ ਰਿਹਾ। ਔਰ ਸਾਡੇ ਆਉਣ ਵਾਲੀ ਨਸਲ ਜਿਹੜੀ ਹੈ ਉਹ ਖੌਫਨਾਕ ਹੱਦ ਤੱਕ ਨਸ਼ੇ 'ਚ ਇਨਵੋਲਵ ਹੋ ਚੁੱਕੀ ਹੈ। ਔਰ ਅੱਲਾਹ ਤਾਲਾ ਇਸ ਮੁਲਕ 'ਤੇ ਰਹਿਮ ਕਰੇ, ਉਹ ਸਾਡੇ ਹੀ ਬੱਚੇ ਸਾਡਾ ਆਉਣ ਵਾਲਾ ਕੱਲ੍ਹ ਮੁਸਤਕਬਲ ਹੈ, ਇਸ ਪਾਕਿਸਤਾਨ ਦਾ ਮੁਸਤਕਬਲ ਹੈ, ਅੱਲਾਹ ਤਾਲਾ ਉਹਨਾਂ ਨੂੰ ਹਦਾਇਤ ਦੇਵੇ ਔਰ ਇਸ ਦੇ ਨਾਲ ਅੱਲਾਹ ਉਹਨਾਂ ਦੇ ਵਾਲਿदैन ਨੂੰ ਵੀ ਹਦਾਇਤ ਦੇਵੇ ਕਿ ਉਹ ਇਸ 'ਤੇ ਕੰਟਰੋਲ ਕਰੇ। ਇਤਨਾ ਖੁੱਲੇ ਡੁੱਲੇ ਅੰਦਾਜ਼ 'ਚ ਸ਼ਰਾਬ ਵੀ ਮਿਲਦੀ ਹੈ, ਮਲਕ ਵੀ ਵੇਚਦੇ ਨੇ, ਬਾਕੀ ਲੋਕ ਵੀ ਵੇਚਦੇ ਨੇ, ਇਹ ਕੀ ਧੰਦਾ ਕੀ ਹੈ, ਕਿਸ ਤਰ੍ਹਾਂ? ਐਮਐਲ ਲਤੀਫ ਸਾਹਿਬ, ਮੇਰੇ ਬਗੈਰ ਤਾਂ ਨਹੀਂ ਹੁੰਦਾ। ਐਮਐਲ ਲਤੀਫ ਸਾਹਿਬ, ਮੈਂ ਯਾਦ ਹੈ ਤੁਹਾਨੂੰ ਅੱਜ ਤੋਂ
ਅਸੀਂ ਕੋਈ 22 ਸਾਲ ਪਹਿਲੇ ਔਸਾਫ ਅਖਬਾਰ ਵਿੱਚ ਸੇ ਔਰ ਮੈਂ ਔਸਾਫ ਅਖਬਾਰ ਦਾ ਕ੍ਰਾਈਮ ਰਿਪੋਰਟਰ ਸੇ ਮੈਂ ਸ਼ਰਾਬ ਦੇ ਮੁਤਲਕ ਮੁਖਤਲਿਫ ਸਟੋਰੀਆਂ ਜਿਸ ਵਕਤ ਲਗਾਉਣੀਆਂ ਸ਼ੁਰੂ ਕੀਤੀਆਂ ਤੇ ਮਨ ਆਫੀਸ਼ੀਅਲੀ ਬਾਜ਼ਾਬਤਾ ਮਲਕਾਂ ਨੇ ਰਾਬਤਾ ਕੀਤਾ ਠੀਕ ਕਿ ਜਨਾਬ ਮਿਹਰਬਾਨੀ ਕਰੋ ਤੁਹਾਡੇ ਸਟੋਰੀਆਂ ਤੋਂ ਅਸੀਂ ਬੜੇ ਨਾਲਾਂ ਵਾਂ ਇਸਲਾਮਾਬਾਦ ਪੁਲਿਸ ਕਹਿ ਰਹੀ ਹੈ ਜੀ ਇਸ ਨੂੰ ਰਾਜ਼ੀ ਕਰੋ ਤੇ ਤੁਸੀਂ ਦੱਸੋ ਜਨਾਬ ਸਾਡੇ ਨਾਲ ਕਿਨ ਚਲੋਗੇ ਦੱਸੋ ਤੇ ਕੀ ਮਸਲਾ ਕੀ ਹੈ ਹਾਂ ਤੁਹਾਡਾ ਮਸਲਾ ਕੀ ਬਲਕਿ ਉਸ ਵਕਤ ਇੱਕ ਬੜਾ ਸ਼ਰਾਬ ਫਰੋਸ਼ ਜੋ ਹੈ ਨਾ ਮੇਰੀ ਸ਼ਿਕਾਇਤ ਲੈ ਕੇ ਮੁਹੰਮਦ ਮੀਰ ਸਾਹਿਬ ਜਿਹੜੇ ਉਸ ਵਕਤ ਸਾਡੇ ਐਡੀਟਰ ਸਨ ਉਹਨਾਂ ਕੋਲ ਵੀ ਗਿਆ ਸੀ ਤੇ ਮੈਨੂੰ ਮੀਰ ਸਾਹਿਬ ਨੇ ਬੁਲਾਇਆ ਉਹਨਾਂ ਨੇ ਕਿਹਾ ਯਾਰ ਇਹ ਕੀ ਮਸਲਾ ਹੈ ਤੇ ਮੈਂ ਕਿਹਾ ਜੀ ਮੀਰ ਸਾਹਿਬ ਇਹ ਸਟੋਰੀ ਹੈ ਇਹ ਕਹਾਣੀ ਹੈ ਤੇ ਕਹਿੰਦੇ ਯਾਰ ਇਹ ਮੇਰੇ ਕੋਲ ਸਿਫਾਰਿਸ਼ ਕਰਕੇ ਮੈਂ ਕਿਹਾ ਜੀ ਇਹਨਾਂ ਦਾ ਸਰਗਨਾ ਵੇ ਹੈਡ ਹੈ ਜਿਹੜਾ ਡੀਲਿੰਗ ਕਰਦਾ ਪੁਲਿਸ ਨਾਲ ਵੀ ਹਾਂ ਪੁਲਿਸ ਨਾਲ ਤੇ ਅੱਜ ਤੁਹਾਡੇ ਕੋਲ ਅਪਰੋਚ ਕਰ ਤੇ ਖੈਰ ਮੀਰ ਸਾਹਿਬ ਨੇ ਉਸ ਨੂੰ ਸ਼ਟਅਪ ਕਾਲ ਦੇ ਕੇ ਉੱਥੋਂ ਨਸਾ ਦਿੱਤਾ ਔਰ ਮੈਂ ਆਪਣੀ ਸਟੋਰੀਆਂ ਜਾਰੀ ਰੱਖੀਆਂ ਔਰ ਉਸ ਦੇ ਨਤੀਜੇ ਇਹ ਕਿ ਮਲਕਾਂ ਨੂੰ ਕਾਫੀ ਡਜ਼ਾਂ ਪਈਆਂ ਵੱਡੇ ਉਹਨਾਂ ਦੀ ਸ਼ਰਾਬਾਂ ਦੀ ਖੇਪਾਂ ਪਕੜੀਆਂ ਗਈਆਂ ਪੂਰੀਆਂ ਗੱਡੀਆਂ ਪਕੜੀਆਂ ਗਈਆਂ ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਅਸੀਂ ਕੀ ਕਰੀਏ ਕਿਉਂਕਿ ਪੁਲਿਸ ਨੂੰ ਬਾਜ਼ਾਬਤਾ ਭੱਤਾ ਦਿੰਦੇ ਨੇ ਪੁਲਿਸ ਦੀ ਆਮਦਨ ਦਾ ਬਹੁਤ ਵੱਡਾ ਜ਼ਰੀਆ ਹੈ ਠੀਕ ਹੈ ਤੇ ਇਸ 'ਚ ਕੋਈ ਸ਼ੱਕ ਨਹੀਂ ਕਿ ਅੱਜ ਵੀ ਅਗਰ ਨਸ਼ਾ ਵਿਕ ਰਿਹਾ ਹੈ ਫੈਡਰਲ ਕੈਪੀਟਲ ਦੇ ਅੰਦਰ ਜਾਂ ਪੂਰੇ ਮੁਲਕ ਦੇ ਅੰਦਰ ਤਾਂ ਉਸ ਦੇ ਪਿੱਛੇ ਪੂਰਾ ਇੱਕ ਨੈਟਵਰਕ ਹੈ ਔਰ ਸਾਡੇ ਜਿਹੜੀਆਂ ਏਜੰਸੀਆਂ ਹਨ ਜਿਨ੍ਹਾਂ ਨੇ ਉਹਨਾਂ ਦੀ ਰੋਕਥਾਮ ਕਰਨੀ ਹੈ ਉਹਨਾਂ ਦਾ ਸੱਦੇਬਾਬ ਕਰਨਾ ਹੈ ਉਹ ਮੇਰਾ ਖਿਆਲ ਹੈ ਆਪਣੇ ਫਰਾਇਜ਼ ਨਾ ਸਿਰਫ ਪੂਰੀ ਤਰ੍ਹਾਂ ਅਦਾ ਨਹੀਂ ਕਰ ਰਹੇ ਬਲਕਿ ਸ਼ਾਇਦ ਉਹਨਾਂ ਦੇ ਕੁਝ ਲੋਕ ਉਸ ਦਾ ਹਿੱਸੇਦਾਰ ਵੀ ਜਿਹੜੇ ਕਿ ਆਪਣਾ ਸ਼ੇਅਰ ਲੈ ਕੇ ਆਪਣੀ ਅੱਖਾਂ ਬੰਦ ਕਰ ਰਹੇ ਨੇ ਔਰ ਨਸ਼ਾ ਜਿਹੜਾ ਖੁੱਲ੍ਹੇਆਮ ਤੁਸੀਂ ਹੁਣ ਮੈਂ ਤੁਹਾਨੂੰ ਸ਼ਰਤੀਆ ਕਹਿ ਸਕਦਾ ਕਿ ਤੁਹਾਨੂੰ ਅਗਰ ਦੁਨੀਆ ਦਾ ਕੋਈ ਨਸ਼ਾ ਚਾਹੀਦਾ ਹੈ ਹੁਣ ਅਸੀਂ 4 ਫੋਨ ਮਾਰਾਂਗੇ ਕਿਤੇ ਨਾ ਕੋਈ ਨੰਬਰ ਮਿਲੇਗਾ ਔਰ ਜਿੱਥੇ ਮੰਗਵਾਵਾਂਗੇ ਆ ਜਾਏਗਾ ਔਰ ਕੋਈ ਪੁੱਛਣ ਵਾਲਾ ਨਹੀਂ ਠੀਕ ਹੈ ਤੇ ਇਸੇ ਤਰ੍ਹਾਂ ਹੀ ਜਨਾਬ ਬਿਲਕੁਲ ਲਾਅ ਇਨਫੋਰਸਮੈਂਟ ਏਜੰਸੀਆਂ ਨੂੰ ਪਤਾ ਹੈ ਪੁਲਿਸ ਨੂੰ ਪਤਾ ਹੈ ANF ਨੂੰ ਪਤਾ ਹੈ ਅਗਰ ਇਹ ਮੁਖਲਿਸ ਹਨ ਕਿਉਂਕਿ ਇਹ ਨਸ਼ਾ ਕੱਲ੍ਹ ਇਹਨਾਂ ਦੇ ਬੱਚਿਆਂ ਨੂੰ ਵੀ ਲੱਗ ਸਕਦਾ ਹੈ ਇਹਨਾਂ ਦੀ ਔਲਾਦਾਂ ਨੂੰ ਵੀ ਲੱਗ ਸਕਦਾ ਹੈ ਇਹਨਾਂ ਦੇ ਆਉਣ ਵਾਲੀ ਨਸਲਾਂ ਵੀ ਇਸ ਦਾ ਸ਼ਿਕਾਰ ਹੋ ਸਕਦੀਆਂ ਔਰ ਅਗਰ ਉਹ ਇਸੇ ਚੀਜ਼ ਦਾ ਨੂੰ ਮੱਦੇਨਜ਼ਰ ਰੱਖ ਲੈਣ ਤੇ ਆਪਣੇ ਵਾਸਤੇ ਨਹੀਂ ਕਮ ਸੇ ਕਮ ਆਪਣੀ ਔਲਾਦ ਲਈ ਐਸੇ ਇਕਦਾਮਾਤ ਕਿ ਅੱਲਾਹ ਤਾਲਾ ਨੇ ਤੁਹਾਨੂੰ ਅਗਰ ਇਖਤਿਆਰ ਦਿੱਤਾ ਹੈ ਕਾਨੂੰਨ ਦੇ ਤੁਸੀਂ ਮੁਹਾਫਿਜ਼ ਹੋ ਤੇ ਐਸੇ ਇਕਦਾਮਾਤ ਜ਼ਰੂਰ ਕਰੋ ਕਿ ਕਮ ਸੇ ਕਮ ਇਸ ਲਾਨਤ ਨੂੰ ਖਤਮ ਕਰਨ 'ਚ ਆਪਣਾ ਰੋਲ ਅਦਾ ਕਰੋ ਤਾਂ ਕਿ ਤੁਸੀਂ ਕੱਲ ਆਪਣੀ ਜ਼ਿੰਮੇਦਾਰੀ ਤੋਂ ਮੁਬਰਰਾ ਵੀ ਹੋ ਸਕੋ ਔਰ ਤੁਹਾਡਾ ਅਗਲੇ ਜਹਾਂ ਵਿੱਚ ਵੀ ਹਿਸਾਬ ਆਸਾਨ ਹੋ ਸਕੇ ਅੱਛਾ ਇੱਕ ਹੋਰ ਲੋਕ ਹਨ ਜਿਨ੍ਹਾਂ ਨੂੰ ਅਸੀਂ ਲੈਂਡ ਮਾਫੀਆ ਤੇ ਕਬਜ਼ਾਗੀਰੀ ਔਰ ਇਹ ਸਾਰਾ ਇੱਕ ਬੜਾ ਧੰਦਾ ਹੈ ਔਰ ਜੰਗਲ ਖਾ ਗਏ ਔਰ ਲੋਕਾਂ ਦੀਆਂ ਜ਼ਮੀਨਾਂ ਸ਼ਾਮਲਾਤ ਖਾ ਗਏ ਔਰ ਕੋਈ ਪੁੱਛਣ ਵਾਲਾ ਨਹੀਂ ਗੰਨਾਂ ਲੈ ਕੇ ਫਿਰੀ ਜਾ ਰਹੇ ਨੇ ਕਿਤਨੀਆਂ ਗੰਨਾਂ ਕਿਤਨੀਆਂ ਗੱਡੀਆਂ ਕੀ ਹੈ ਇਹ ਸਾਰਾ ਜਿਹੜਾ ਕੰਮ ਹੈ ਇਹ ਕਿਸ ਤਰ੍ਹਾਂ ਹੁੰਦਾ ਹੈ ਔਰ ਇਹ ਇਤਨੀ ਬੇਖੌਫੀ ਔਰ ਕੋਈ ਔਰ ਉਹ ਐਵੇਂ ਸੋਸ਼ਲ ਮੀਡੀਆ ਤੇ ਪੇजेस ਬਣਾ ਕੇ ਬੈਠੇ ਨੇ ਔਰ ਕੋਈ ਪੁੱਛਣਾ ਨਹੀਂ MLA ਸਾਹਿਬ ਇਹ ਵੀ ਸਾਡੀ ਬਹੁਤ ਵੱਡੀ ਬਦਕਿਸਮਤੀ ਹੈ ਕਿਉਂਕਿ ਲੈਂਡ ਮਾਫੀਆ ਵਿੱਚ ਇਸ ਕਦਰ ਪੈਸਾ ਹੈ ਉਹ ਕਹਿੰਦੇ ਨੇ ਕਿ ਹੈਰੋਇਨ ਤੋਂ ਜ਼ਿਆਦਾ ਪੈਸਾ ਹੈ ਅਸੀਂ ਇਸ ਸ਼ਹਿਰ ਵਿੱਚ ਮੁਖਤਲਿਫ ਮੈਂ ਨਾਂ ਨਹੀਂ ਲਵਾਂਗਾ ਅੱਛਾ ਨਹੀਂ ਲੱਗਦਾ ਠੀਕ ਹੈ ਕਿ ਉਸ ਬਹੁਤ ਕੁਝ ਲੋਕ ਜਾਣਨ ਵਾਲੇ ਵੀ ਹਨ ਕਿ ਮੈਂ ਪੈਦਲ ਲੋਕਾਂ ਨੂੰ ਦੇਖਿਆ ਸੀ ਔਰ ਅੱਜ ਉਹਨਾਂ ਕੋਲ ਜਹਾਜ਼ ਵੀ ਹਨ ਗੱਲ ਕਰੋ ਠੀਕ ਹੈ ਜੀ ਔਰ ਅੱਜ ਉਹਨਾਂ ਕੋਲ ਸੋਨੇ ਦੀਆਂ ਗੱਡੀਆਂ ਵੀ ਹਨ ਯਾਨੀ ਕਿ ਇੱਕ ਐਸਾ ਸ਼ਖਸ ਹੈ ਇਸ ਸ਼ਹਿਰ ਵਿੱਚ ਲੈਂਡ ਮਾਫੀਆ ਦਾ ਹੈਡ ਜਿਹੜਾ ਉਸ ਲੈਂਡ ਓਨਰ ਦਾ ਮਾਮੂਲੀ ਜਿਹਾ ਮੁਲਾਜ਼ਮ ਸੀ ਗੱਲ ਕਰੋ ਔਰ ਅੱਜ ਉਹ ਸੋਨੇ ਦੀ ਗੱਡੀ ਜਿਹੜੀ ਹੈ ਉਹ ਲਈ ਫਿਰਦਾ ਔਰ ਉਸਨੇ ਪਾਕਿਸਤਾਨ ਦੇ FBR ਨੂੰ ਇੱਕ ਬਹੁਤ ਵੱਡੀ ਕਸਟਮ ਡਿਊਟੀ ਚੰਦ ਸਾਲ ਪਹਿਲੇ ਦੇ ਕੇ ਉਹ ਸੋਨੇ ਦੀ ਗੱਡੀ ਰੱਖੀ ਔਰ ਉਸ ਦੇ ਮੁਤਲਕ ਜਿਸ ਵਕਤ ਇੱਕ ਸਾਬਕ ਚੀਫ ਜਸਟਿਸ ਆਫ ਪਾਕਿਸਤਾਨ ਨੇ ਇਨਕੁਆਇਰੀ ਸਟਾਰਟ ਕੀਤੀ ਔਰ ਤੁਹਾਨੂੰ ਅੱਜ ਇਨਕਸ਼ਾਫ ਕਰ ਦੇਵਾਂ ਕਿ FIA ਨੇ ਆਪਣੀ ਇਨਕੁਆਇਰੀ ਦੌਰਾਨ ਇਹ ਸਾਬਤ ਕਰ ਦਿੱਤਾ ਕਿ ਜੀ ਬਿਲਕੁਲ ਇਸ ਸ਼ਖਸ ਤੇ ਲੱਗੇ ਹੋਏ ਇਲਜ਼ਾਮਾਤ ਠੀਕ ਹਨ ਔਰ ਇਸ ਕੋਲ ਕੋਈ ਐਸੀ ਐਵੀਡੈਂਸ ਨਹੀਂ ਹੈ ਕਿ ਇਹ ਜਿਹੜੀ ਮੁਤਲਕਾ ਹਾਊਸਿੰਗ ਸੋਸਾਇਟੀ ਕਿਉਂਕਿ ਮੈਂ ਨਾ ਜਾਣ ਬੁੱਝ ਕੇ ਨਾ ਉਸ ਫਰਦ ਦਾ ਲੈ ਰਿਹਾ ਨਾ ਸੋਸਾਇਟੀ ਦਾ ਲੈ ਰਿਹਾ ਮੈਂ ਤੁਹਾਨੂੰ ਸਿਰਫ ਸੱਚਾ ਵਾਕਿਆ ਸੁਣਾ ਰਿਹਾ ਕਿ ਕੋਈ ਐਸੀ ਐਵੀਡੈਂਸ ਨਹੀਂ ਜਿਸ ਤੋਂ ਇਹ ਸਾਬਤ ਹੋ ਸਕੇ ਕਿ ਇਸ ਸ਼ਖਸ ਨੇ ਇਸ ਸੋਸਾਇਟੀ ਦੀ ਇਹ ਜਿਹੜੀ ਲੈਂਡ ਹੈ ਇਹ ਪਰਚੇਜ਼ ਕੀਤੀ ਔਰ ਉਸ ਵਾਸਤੇ ਕੋਈ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਹੋਈ ਹੋਵੇ ਕੋਈ ਉਸਨੇ ਪੈਸਾ ਦਿੱਤਾ ਹੋਵੇ ਔਰ ਯਾਨੀ ਕਿ ਉਹ 47-48 ਸਫ਼ਿਆਂ ਦੀ ਉਹ ਤਹਿਕੀਕਾਤੀ ਰਿਪੋਰਟ ਹੈ ਜਿਹੜੀ ਸੁਪਰੀਮ ਕੋਰਟ ਦੇ ਕਹਿਣ ਤੇ ਇਨਕੁਆਇਰੀ ਹੋਈ ਇਨਕੁਆਇਰੀ ਸੁਪਰੀਮ ਕੋਰਟ 'ਚ ਜਮ੍ਹਾਂ ਹੋਈ ਲੇਕਿਨ ਬਦਕਿਸਮਤੀ ਨਾਲ ਫਿਰ ਇਹ ਹੋਇਆ ਕਿ ਉਹ ਚੀਫ ਜਸਟਿਸ ਜਾਂਦੇ ਉਸ ਇਨਕੁਆਇਰੀ ਤੇ ਕੋਈ ਐਕਸ਼ਨ ਕਰਾਉਣ ਦਾ ਹੁਕਮ ਦੇਣ ਦੇ ਬਜਾਏ ਮੈਂ ਇਹ ਨਹੀਂ ਕਹਾਂ ਨਹੀਂ ਜੁਰਮਾਨਾ ਨਹੀਂ ਬਲਕਿ ਉਸ ਇਨਕੁਆਇਰੀ ਨੂੰ ਕਲੋਜ਼ ਹੀ ਕਰ ਗਏ यानी कि उन्होंने कहा बस ठीक है ख़त्म हुई बात अब इसके पसे पर्दा उन्होंने क्या कोई फ़ायदा लिया नहीं लिया
کیا ہوا کیا کہانی وہ تو وہ یا وہ جانتے ہیں یا خدا بہتر جانتا ہے یا دینے والے جانتے ہیں یا لینے والے جانتے ہیں. امام نے کتاب لکھ چھڑی ہے. ٹھیک ہے. ہاں بالکل ایسے ہی ہے. ایسے ہی تو مقصد یہ ہے کہ جی لینڈ مافیا بھی ایک بہت بڑا آپ دیکھیں نا جو زمینیں کوڑیوں کے ملک تھیں آج وہ اربوں میں بک رہی ہیں. اور اس میں بھی ایک جو بہت بڑا مسئلہ ہے جی احمد لطیف صاحب چلیں شہر تو شہر تھے نا دیہی علاقے زرعی زمینیں وہ جو زرعی زمینیں ہیں وہ ان پہ جو دھڑا دھڑ سوسائٹیاں بن رہی ہیں میرا خیال ہے کہ وہ پاکستان کے لیے ایک الارمنگ سچویشن ہے. اگر ابھی بھی حکومتوں نے یا صوبائی حکومتوں نے اس معاملے پہ کوئی ٹھوس اقدامات نہ کیے کہ آپ زرعی زمینوں کو زرعی ہی رہنے دیں تو پاکستان میں تو ویسے ہی آنے والے دنوں میں یہ بتایا جا رہا ہے کہ پاکستان کا دنیا بھر میں خوراک کا بہت بڑا بحران آنے والا ہے آنے والے چند سالوں میں. اگر پاکستان نے اس جانب دھیان نہ دیا تو آنے والے دنوں میں اس ملک کے اندر دنیا میں تو ہونی ہے اس ملک کے اندر بھی خوراک کے لیے جنگیں ہوں گی. تو اس لیے خدا را زرعی زمینوں کو رہنے دیں. اس کے علاوہ بہت سے کھنڈرات بہت سی چیزیں بہت سے ریگستان ایسے بنے جہاں پہ آپ گھر بنا سکتے ہیں سوسائٹیاں بنا سکتے ہیں. اور پاکستان میں بہت سا ایسا رقبہ خالی پڑا ہے بنجر رقبہ وہاں پہ آپ ان سوسائٹیوں کو بنائیں وہاں پہ ٹاؤن پلاننگ کریں وہاں پہ نئے شہر بنائیں لیکن خدا را زرعی زمینوں کو ان سے بچائیں اور زرعی زمینوں کی فروخت پہ یا سوسائٹیاں بنانے پر پابندی عائد کرنی چاہیے. اچھا میں چاہنا تسی جناب سارے دوستوں میں مشورہ دینا ساری زندگی گزر گئی تہاڈی ساریاں دی بھی تسی اپنی آٹوبایوگرافیاں کیوں نہیں لکھتے اپنی آٹوبایوگرافیاں لکھو ویلاگ کرو کچھ کرو تاں جی لوکاں نوں تہاڈے تجربات دا پتہ لگے. اور یہ جڑے میرے نزدیک کرائم جنسی جرائم یہ ساریاں چیزاں بہت وکن والیاں بیسٹ سیلر کتاباں بن سکدیاں بیسٹ سیلر تہاڈے یوٹیوبر جڑے ویلاگ بن سکدے ہیں. اس بارے بھی سوچیا تسی کوئی؟ احمد لطیف صاحب خیال تو کئی بار آیا اور سوچیا بھی ہے لیکن گل یہ ہے کہ بندہ جس وقت غمے روزگار دے چکر چ پسیا ہوتا ہے نا اس وقت ٹائم کرنا مشکل ہو جاتا ہے. اور بندہ بس ہوں تو دن ویسے بھی کہتے ہیں بہت چھوٹے ہو گئے بچپن سنی دا سی کہ وقت تو آئے گا کہ تمہیں سالاں کا نہیں پتہ چلے گا دنوں کا نہیں پتہ چلے گا. تو اج کل صورت حال کچھ ایسی ہی ہے کہ صبح نکلتے ہیں شام ہو جاتی ہے شام تو بعد پھر صبح ہو جاتی ہے پھر اور وہی اپنی ملازمتاں نوکریاں غمے روزگار کے چکر سارا دن پھرتے رہنے. اور کوشش کری دی ہے کہ کدی کسی دوست نال بیٹھیے کچھ دوستوں کی محفل بیٹھیے اتنے گپ شپ کریے انہوں نے بریف بھی کری ہے اور دعا کرو کہ کوئی ٹائم ملے جیسی کوئی فرصت ملے جب تک ساہ وچ ساہ رہندا ہے کم نہیں مکدے ایسی طرح. اسے نال ہی اجازت دیو اللہ نگہبان.